ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਦਾ। ਸੋ ਗੱਲਬਾਤ ਇਹ ਹੈ ਕਿ PSPCL ਦਾ ਪੇਪਰ ਤੁਹਾਨੂੰ ਪਤਾ ਜਿਹੜਾ ਹੈਗਾ ਹੋਇਆ ਸੀ ਪ੍ਰੀਲਿਮਸ, ਉਹਦਾ ਆ ਗਿਆ ਰਿਜ਼ਲਟ ਤੇ ਉਹਦੇ ਵਿੱਚ ਬੱਚੇ ਹੋ ਗਏ ਕਾਫੀ ਸਿਲੈਕਟ। ਕੀ ਬਾਤ ਹੈ, ਬਹੁਤ ਵਧੀਆ ਗੱਲ ਹੈ। ਪ੍ਰੀ ਪੇਪਰ ਸੀਗਾ ਇਸ ਕਰਕੇ ਵੀ ਬਹੁਤ ਜਾਣੇ ਸਿਲੈਕਟ ਹੋਏ ਆ। ਸੋ ਮੇਨਸ ਪੇਪਰ ਹੈ। ਪਹਿਲਾਂ ਤਾਂ ਮੈਂ ਉਹਦੀ ਸਟ੍ਰੈਟਜੀ ਦੱਸੂਗਾ। ਗੱਲਾਂ ਤਾਂ ਸੇਮ ਹੀ ਹੈ ਸਾਰਾ ਕੁਝ। ਇੱਕ ਤੁਹਾਨੂੰ ਮੈਂ ਸਟੋਰੀ ਦੱਸਣੀ ਆ, ਹਾਲਾਂਕਿ ਮੈਂ ਉਵੇਂ ਕਰ ਨਹੀਂ ਸਕਦਾ ਜਿਵੇਂ ਆਸੇ ਪਾਸੇ ਅੱਜ ਕੱਲ੍ਹ ਮਾਹੌਲ ਆ ਤੇ ਵੀ ਮਤਲਬ ਮਾਰਕੀਟਿੰਗ ਵਾਲਾ ਕੰਮ ਹੈ। ਮੈਂ ਮਾਰਕੀਟਿੰਗ ਨਹੀਂ ਕਰੂੰਗਾ, ਨਾ ਮੈਂ ਕੀਤੀ ਹੈ ਨਾ ਮੈਂ ਕਰਾਂ ਵੀ ਆਹ ਸਿਲੈਕਟ ਹੋ ਗਏ ਫਲਾਨਾ ਤੇ ਹੋਊਗਾ ਜੋ ਵੀ ਹੈ, ਠੀਕ ਹੈ। ਪਰ ਮੈਂ ਤੁਹਾਨੂੰ ਇੱਕ ਰੀਅਲ ਸਟੋਰੀ, ਓਬਵੀਅਸ ਗੱਲ ਆ, ਤੁਹਾਨੂੰ ਮੋਟੀਵੇਟ ਕਰੂਗੀ। ਐਂ ਕਹਿ ਲਓ ਵੀ ਅੱਜ ਦੀ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਵੀ 90% ਸਟੂਡੈਂਟ ਉਸੇ ਚੀਜ਼ 'ਚ ਹੀ ਫਸਿਆ ਹੋਇਆ। ਤਾਂ ਥੋੜਾ ਜਿਹਾ ਇਮੋਸ਼ਨਲ ਆ, ਪਰ ਹਾਂ ਠੀਕ ਆ, ਹੁਣ ਮਾਹੌਲ ਮੇਰਾ ਠੀਕ ਆ ਤਾਂ ਮੇਰਾ ਮੂੰਹ ਠੀਕ ਆ। ਸੋ ਮੈਂ ਉਵੇਂ ਮੈਂ ਨਾਮ ਨਹੀਂ ਲਊਂਗਾ ਬੱਚੇ ਦਾ, ਕਿਉਂਕਿ ਜਿੰਨਾ ਟਾਈਮ ਉਹਦੀ ਤੱਕ ਹਜੇ ਜੁਆਇਨਿੰਗ ਨਹੀਂ ਹੁੰਦੀ ਉਸ ਤੋਂ ਬਾਅਦ ਹੀ ਮੈਂ ਉਹਦਾ ਨਾਮ ਰਿਵੀਲ ਕਰੂੰਗਾ। ਹੋ ਸਕਦਾ ਆਪਣੇ ਕੋਲੇ ਉਹ ਆ ਜਾਣ ਤੇ ਆਪਾਂ ਕੋਈ ਨਾ ਕੋਈ ਉਹਨਾਂ ਤੋਂ ਹੋਰ ਚੀਜ਼ ਸਿੱਖ ਲਈਏ। ਤਾਂ ਹੋਇਆ ਕਿ ਮੇਰੇ ਤਾਂ ਯਾਦ ਨਹੀਂ ਸੀਗਾ ਕਿਉਂਕਿ ਬਹੁਤ ਸਾਰੇ ਕਾਲਸ ਵਗੈਰਾ ਆਉਂਦੀਆਂ ਰਹਿੰਦੀਆਂ। ਤਾਂ ਇੱਕ ਸਟੂਡੈਂਟ ਹੈ, ਸੋ ਬੇਸਿਕਲੀ ਪਟਵਾਰੀ ਵਾਲੇ ਕੋਰਸ ਦੇ ਵਿੱਚ ਉਹ ਮੇਬੀ ਸੀਗੇ, ਯਾਨੀ ਪਟਵਾਰੀ ਦੀ ਤਿਆਰੀ ਕਰਦੇ ਹੁੰਦੇ ਸੀ। ਸੋ ਕੀ ਹੋਇਆ ਕਿ ਪਟਵਾਰੀ ਦਾ ਪੇਪਰ, ਓਬਵੀਅਸ ਗੱਲ ਹੈ ਤੁਹਾਨੂੰ ਵੀ ਪਤਾ ਕਿ ਆਪਾਂ ਕਿੰਨੀ ਪ੍ਰੈਪਰੇਸ਼ਨ ਕੀਤੀ ਆ, ਕਿੰਨਾ ਕੁਛ ਕੀਤਾ। ਬੱਚੇ ਨੂੰ ਫੀਲ ਕਦੋਂ ਹੁੰਦਾ ਗਾ ਜਦੋਂ ਪੜ੍ਹਿਆ ਹੋਇਆ ਵੀ ਗਲਤ ਹੋ ਜਾਏ ਜਾਂ ਆਵੇ ਨਾ ਤੇ ਉਸ ਤੋਂ ਬਾਅਦ ਸਿਲੈਕਸ਼ਨ ਨਾ ਹੋਵੇ। ਹੋਇਆ ਕਿ ਸਰ ਮੈਨੂੰ ਜਿੱਦਣ ਪਟਵਾਰੀ ਦਾ ਪੇਪਰ ਹੋਇਆ ਉਦੋਂ ਬਾਅਦ ਯਾਨੀ ਜਦੋਂ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਪੇਪਰ ਕਾਫੀ ਗਲਤ ਹੋ ਗਿਆ ਉਹਨਾਂ ਦੀਆਂ ਗਲਤੀਆਂ ਕਰਕੇ, ਸੋ ਕਾਲ ਆਈ ਤੇ ਮਤਲਬ ਅਲਟੀਮੇਟ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ, ਹਾਲਾਂਕਿ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੇਰੇ ਕੋਲ ਬਹੁਤ ਸਟੂਡੈਂਟ ਆ ਜਿਹੜੇ ਰੋ ਕੇ ਕਾਲ ਕਰਦੇ ਆ। ਇਹ ਦੁੱਖ ਹੈ ਆਪਣੀ ਪੰਜਾਬ ਸਰਕਾਰ ਨੇ ਜੋ ਦਿੱਤਾ ਆਪਾਂ ਨੂੰ ਪਿਛਲਾ, ਕਿਉਂਕਿ ਕੋਈ ਵੀ ਰਿਕਰੂਟਮੈਂਟ ਕੰਪਲੀਟ ਹੀ ਨਹੀਂ ਹੋਈ। ਬਾਕੀ ਪੇਪਰ ਲੈਣ ਦਾ ਢੰਗ ਉਹਨਾਂ ਦਾ ਉਹ ਵੀ ਤੁਹਾਨੂੰ ਪਤਾ ਹੀ ਹੈ, ਰਾਈਟ। ਸੋ ਚਲੋ ਪਟਵਾਰੀ ਦਾ ਪੇਪਰ ਹੋਇਆ ਐਂਡ ਉਹਨਾਂ ਦੀ ਮੈਨੂੰ ਕਾਲ ਆਉਂਦੀ ਹੈ ਕਿ ਸਰ ਮਤਲਬ ਉਹਨਾਂ ਨੇ ਹੁਣ ਤਾਂ ਯਾਦ ਆ ਗਿਆ ਚਲੋ ਵੀ ਕਾਲ ਜਿਹੜੀ ਉਹਨਾਂ ਨੇ ਮੈਂ ਕੀਤੀ, ਕਹਿੰਦੇ ਮੈਂ ਸਰ ਬਹੁਤ ਰੋਇਆ, ਮਤਲਬ ਰਾਈਟ ਹੈ। ਆ ਜਦੋਂ ਹੁਣ ਕਾਲ ਆਈ ਹੈ ਮੈਨੂੰ ਕਿ ਸਰ ਮੈਂ ਤੁਹਾਨੂੰ ਇੱਕ ਵਾਰੀ ਕਾਲ ਕੀਤੀ ਸੀ ਕਿ ਮੈਂ ਬਹੁਤ ਰੋਇਆ। ਮੈਂ ਬਾਹਰ ਸੀਗਾ, ਮੇਰਾ ਬਰਥਡੇ ਸੀਗਾ ਐਕਚੁਅਲ ਦੇ ਵਿੱਚ 26 ਮਾਰਚ ਦੀ ਗੱਲ ਹੈ ਮੇਰੇ ਹਿਸਾਬ ਨਾਲ, ਜਾਂ ਉਸ ਤੋਂ 26 ਮਾਰਚ ਦੀ ਹੀ ਗੱਲ ਹੈ, ਹਾਂ 27 ਮਾਰਚ ਤੋਂ ਅਗਲੇ ਦਿਨ ਸੀ। ਸੋ 26 ਮਾਰਚ ਨੂੰ ਮੈਂ ਮਤਲਬ ਕਿਤੇ ਗਿਆ ਹੋਇਆ ਸੀਗਾ, ਮੈਂ ਕਿਸੇ ਫੰਕਸ਼ਨ ਮੇਲਾ ਮੂਲਾ ਸੀਗਾ, ਸੋ ਤੁਰਿਆ ਫਿਰਦਾ ਸੀ। ਮੈਨੂੰ ਕਾਲ ਆਈ ਰਾਤ ਨੂੰ ਕਿ ਸਰ ਮੈਂ ਉਹ ਬੋਲਦਾ ਤੇ ਮੈਂ ਇੱਕ ਵਾਰੀ ਤੁਹਾਨੂੰ ਰੋਕ ਕੇ ਕਾਲ ਕੀਤੀ ਸੀ। ਹੁਣ ਉਹ ਮੇਰੇ ਇਨਸੀਡੈਂਟ ਓਬਵੀਅਸ ਗੱਲ ਆ ਯਾਦ ਨਹੀਂ ਕਿਉਂਕਿ ਬਹੁਤ ਟਾਈਮ ਹੋ ਗਿਆ। ਮੈਂ ਕਿਹਾ ਕਦੋਂ, ਕਹਿੰਦੇ ਜੀ ਪਟਵਾਰੀ ਦਾ ਪੇਪਰ ਹੋਇਆ ਸੀਗਾ ਤੇ ਮੈਂ ਤੁਹਾਨੂੰ ਰੋਕ ਕੇ ਕਾਲ ਕੀਤੀ ਸੀ, ਬਹੁਤ ਰੋਇਆ ਸੀ ਮੈਂ, ਤੇ ਤੁਸੀਂ ਫਿਰ ਮੈਨੂੰ ਸੁਜੈਸ਼ਨ ਦਿੱਤੀ ਸੀ ਜੋ ਵੀ ਗੱਲਬਾਤ। ਹੁਣ ਤਾਂ ਚੈਟ ਬਾਕਸ ਦੇ ਵਿੱਚ ਪਈ ਆ, ਮੈਂ ਨਹੀਂ ਦਿਖਾਉਣਾ ਚਾਹੁੰਦਾ ਫੋਟੋਆਂ ਫਟਵਾਈਆਂ, ਉਹ ਨਾ ਮੈਨੂੰ ਉਵੇਂ ਕੰਮ ਕਰਨਾ ਆਉਂਦਾ, ਰਾਈਟ। ਸੋ ਕਹਿਣ ਦਾ ਤੁਹਾਡੇ ਵਾਸਤੇ ਮੋਟੀਵੇਟ ਵਾਲਾ ਕੰਮ ਹੈ ਸਿਰਫ ਕਿ ਜਦੋਂ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਰੋਕ ਕੇ ਕਾਲ ਕੀਤੀ ਸੀ, ਮੈਂ ਕਿਹਾ ਭਰਾਵਾ ਮੇਰੇ ਕੋਲ ਤਾਂ ਬਹੁਤ ਜਾਣੇ ਰੋਕ ਕੇ ਕਾਲ ਕਰਦੇ ਆ, ਸੋ ਹੁਣ ਦੱਸੋ ਕੀ ਆ। ਤੇ ਉਦੋਂ ਬਾਅਦ ਵੀ ਉਹ ਰੋ ਪਏ। ਮੈਂ ਕਿਹਾ ਹੁਣ ਕੀ ਹੋ ਗਿਆ ਵੀ ਹੁਣ ਕਿਉਂ ਰੋਣ ਲੱਗ ਗਏ? ਕਹਿੰਦਾ ਜੀ ਮੇਰੀ ਸਿਲੈਕਸ਼ਨ ਹੋ ਗਈ। ਆਹਾ ਮਤਲਬ ਤੁਸੀਂ ਇਹ ਯਕੀਨ ਮੰਨੋ ਕਿ ਮੈਂ ਹੁਣ ਬੋਲਦਾ ਹੋਇਆ ਵੀ ਸ਼ਾਇਦ ਮੇਰੀਆਂ ਅੱਖਾਂ ਅੰਦਰੋਂ ਥੋੜ੍ਹੀਆਂ ਜਿਹੀਆਂ ਨਮ ਹੋ ਗਈਆਂ ਕਿ ਮਤਲਬ ਜਦੋਂ ਇੰਨੀ ਖੁਸ਼ੀ ਹੁੰਦੀ ਹੈ ਨਾ, ਜਿਹੜੀ ਆਪਾਂ ਕਹਿੰਦੇ ਵੀ ਰੋ ਕੇ ਕਾਲ ਕਰਨੀ ਜਾਂ ਉਦੋਂ ਬਾਅਦ ਆਪਾਂ ਇਨਸੀਡੈਂਟ ਬਹੁਤ ਸਾਰਾ, ਕਿਉਂਕਿ ਐਕਚੁਅਲ ਦੇ ਵਿੱਚ ਉਹਨਾਂ ਕੋਲ ਐਕਸਪੀਰੀਅੰਸ ਹੋਇਆ, ਉਹਨਾਂ ਦੀ ਸਿਲੈਕਸ਼ਨ ਇਹਦੇ ਵਿੱਚ ਹੈ। ਤੁਹਾਡਾ ਜਿਹੜਾ 2 ਪੇਪਰਾਂ ਦੇ ਵਿੱਚ ਹੋ ਗਈ, ਸਿਵਲ ਜਿਹੜਾ ਤੁਹਾਡਾ ਸਿਵਲੀਅਨ ਸਟਾਫ ਸਪੋਰਟ ਵਾਲਾ ਆਏਗਾ ਤੇ ਦੂਸਰਾ ਜਿਹੜਾ ਅਸਿਸਟੈਂਟ ਵਾਲਾ, ਤਾਂ ਆਫਿਸਰ ਦੇ ਵਿੱਚ ਵੀ ਹੋ ਗਈ, ਅਸਿਸਟੈਂਟ ਦੇ ਵਿੱਚ ਵੀ ਹੋ ਗਈ, ਰਾਈਟ। ਅਤੇ ਯਕੀਨ ਮੰਨੋ ਕਿ ਉਹਨਾਂ ਨੇ ਆਫਿਸਰ ਵਾਲਾ ਭਰਨਾ ਨਹੀਂ ਸੀਗਾ ਜਿਹਦੇ ਵਿੱਚ ਸਿਰਫ 6 ਪੋਸਟਾਂ ਸੀ ਜਰਨਲ ਦੀਆਂ, ਠੀਕ ਹੈ। ਸੋ ਉਹੀ ਚੈਟ ਬਾਕਸ ਦੇ ਵਿੱਚ ਉਵੇਂ ਮੈਸੇਜ ਪਿਆ, ਉਹ ਕੁਦਰਤੀ ਮੈਂ ਪੜ੍ਹ ਲਿਆ। ਉਦੋਂ ਬਾਅਦ ਜਦੋਂ ਉਹਨਾਂ ਦਾ ਮੈਸੇਜ ਆਇਆ ਕਿ ਉੱਥੇ ਸਰ ਮੈਂ ਇਹ ਭਰਾਂ ਜਾਂ ਨਾ ਭਰਾਂ, ਮੈਂ ਉਹਨਾਂ ਨੂੰ ਕਿਹਾ ਵੀ ਪੋਸਟ ਭਾਵੇਂ ਇੱਕ ਹੋਵੇ ਤੁਸੀਂ ਭਰੋ, ਜੇ ਫਾਈਨੈਂਸ਼ੀਅਲ ਸਪੋਰਟ ਦੀ ਲੋੜ ਆ ਤਾਂ ਉਹ ਮੈਂ ਕਰਨ ਨੂੰ ਤਿਆਰ ਹਾਂ, ਰਾਈਟ। ਸੋ ਬੇਸਿਕਲੀ ਕਹਿਣ ਦਾ ਮਤਲਬ ਉਹਨਾਂ ਦਾ ਉਹ ਪੇਪਰ ਹੋ ਗਿਆ ਜਿਹੜਾ ਉਹ ਭਰਨਾ ਚਾਹੁੰਦੇ ਨਹੀਂ ਸੀ। ਹੁਣ ਕੋਈ ਇਹਦੇ ਵਿੱਚ ਮੇਰਾ ਤਾਂ ਕੁਝ ਹੈ ਨਹੀਂ, ਨਾ ਮੈਂ ਉਹਦੀ ਤਿਆਰੀ ਕਰਵਾਈ, IT ਦੀ ਮੈਂ ਕੋਈ ਤਿਆਰੀ ਨਹੀਂ ਕਰਵਾਈ, ਰਾਈਟ। ਹਾਂ ਚਲੋ ਠੀਕ ਹੈ, ਮੈਥ ਰੀਜ਼ਨਿੰਗ ਜਾਂ GK ਵਾਲਾ ਪੋਰਸ਼ਨ ਠੀਕ ਹੈ, ਬਟ ਇੱਕ ਕਹਿਣ ਦਾ ਮਤਲਬ ਹੈ ਵੀ ਹਾਰ ਨਹੀਂ ਮੰਨਣੀ ਚਾਹੀਦੀ। ਇਹ ਬਹੁਤ ਤਕੜੀ ਸਟੋਰੀ ਆ। ਜਦੋਂ ਉਹ ਆਪਣੇ ਤੁਸੀਂ ਫੀਲ ਨਹੀਂ ਕਰ ਸਕਦੇ, ਜਿਹੜੇ ਸਟਰਗਲਰ ਹੋਣਗੇ ਜਾਂ ਇਸ ਫੀਲਡ ਦੇ ਵਿੱਚੋਂ ਨਿਕਲ ਗਏ ਹੋਣਗੇ ਉਹ ਫੀਲ ਕਰ ਸਕਦੇ ਆ ਵੀ ਯਕੀਨ ਮੰਨੋ ਵੀ ਇੱਕ ਪਟਵਾਰੀ ਪੇਪਰ ਹੋਣ ਤੋਂ ਬਾਅਦ ਉਹਨਾਂ ਦੀਆਂ ਆਪਣੀਆਂ ਗਲਤੀਆਂ ਕਰਕੇ ਚਾਹੇ ਪੇਪਰ ਰਿਹਾ, ਉਹ ਕਹਿੰਦੇ ਜੀ ਮੈਂ ਕੀ ਕਰਾਂ, ਮਤਲਬ ਮੇਰਾ ਵੀ ਓਬਵੀਅਸ ਗੱਲ ਹੈ ਵੀ ਮੈਂ ਵੀ ਹੁਣ ਕਿਸ ਪੇਪਰ ਦੀ ਤਿਆਰੀ ਕਰਾਂ, ਰਾਈਟ। ਐਵੇਂ ਮੇਰੇ ਕੋਲ ਬਹੁਤ ਸਾਰੀ ਕਾਲਾਂ ਆਉਂਦੀਆਂ। ਇਹ ਐਗਜ਼ਾਮਪਲ ਤਾਂ ਇੱਕ ਸੈੱਟ ਕਿਸੇ ਨੇ ਕੀਤੀ ਹੈ, ਐਵੇਂ ਹੀ ਤੁਸੀਂ ਐਗਜ਼ਾਮਪਲ ਸੈੱਟ ਕਰ ਸਕਦੇ ਹੋ। ਸੋ ਇਹ ਮੈਟਰ ਕਰਦਾ ਹੀ ਨਹੀਂ ਕਿ ਪੇਪਰ ਕੈਂਸਲ ਹੋ ਗਿਆ, ਮੇਰਾ ਕਲੀਅਰ ਨਹੀਂ ਹੋਇਆ। ਇੱਕ ਪੋਸਟ ਵੀ ਆਉਂਦੀ ਆ, ਤੁਹਾਨੂੰ ਉਹ ਫਿਲ ਕਰਨਾ ਚਾਹੀਦਾ ਐਂਡ ਰੱਬ ਦੀ ਸਹੁੰ ਕਿ ਤੁਹਾਡਾ ਪੇਪਰ ਉਹ ਕਲੀਅਰ ਹੋ ਜਾਣਾ ਜੇਕਰ ਤੁਸੀਂ ਦਿਲ ਤੋਂ ਇਮਾਨਦਾਰ ਹੋ ਐਂਡ ਦਿਲ ਤੋਂ ਤੁਸੀਂ ਤਿਆਰੀ ਕਰ ਰਹੇ ਹੋ।
ਸੋ ਹੁਣ ਉਹ ਆਫੀਸਰ ਲੱਗਣਗੇ, ਯਾਨੀ ਕਿ ਮੈਂ ਤਾਂ ਰੱਬ ਕਰੇ ਵੀ ਜਦੋਂ ਜੋ ਮੈਂ ਉਹਨਾਂ ਨੂੰ ਗੱਲਬਾਤ ਕੀਤੀ ਚਲੋ ਠੀਕ ਆ, ਬਟ ਮੈਂ ਨਾਮ ਉਹਦੀ ਰਿਵੀਲ ਕਰੂੰਗਾ ਜਦੋਂ ਜੁਆਇਨਿੰਗ ਆ ਗਈ। ਹਾਲਾਂਕਿ ਸਿਲੈਕਸ਼ਨ ਤਾਂ ਬਹੁਤ ਜਾਣੇ ਦੀ ਹੁੰਦੀ ਹੈ, ਮੈਂ ਕਦੇ ਵੀ ਅੱਜ ਤੱਕ ਇਸ ਦਾ ਨਾਮ ਨਹੀਂ ਲਿਆ, ਠੀਕ ਹੈ। ਪਟਵਾਰੀ ਦੇ ਵਿੱਚ ਬਹੁਤ ਸਿਲੈਕਸ਼ਨ ਆਈ, ਐਕਸਾਈਜ਼ ਦੇ ਵਿੱਚ ਮੈਂ ਇਹ ਲੈਣਾ ਚਾਹੁੰਦਾ ਹੀ ਨਹੀਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਇਹਨਾਂ ਚੀਜ਼ਾਂ ਨੂੰ ਦਿਖਾ ਕੇ ਤੁਹਾਨੂੰ ਲੈ ਕੇ ਆਵਾਂ। ਤੁਸੀਂ ਮੈਨੂੰ ਦੇਖ ਕੇ ਆਵੋ, ਤੁਸੀਂ ਮੈਨੂੰ ਮੈਂ ਪੜਾਉਣਾਗਾ ਉਹਨੂੰ ਦੇਖ ਕੇ ਆਵੋ, ਨਾ ਕਿ ਜਿਵੇਂ ਮੈਨੂੰ ਫੋਨ ਕਰਕੇ ਕਹਿੰਦੇ ਥੋੜੀ ਜਿਹੀ ਅਕੈਡਮੀ 'ਚੋਂ ਕਿੰਨੇ ਸਿਲੈਕਟ ਹੋਇਆ, ਮੈਂ ਕਿਹਾ ਭਾਈ ਕਦੇ ਗਿਣੇ ਨਹੀਂ ਮੈਂ ਕਰਦਾ ਹੀ ਨਹੀਂ, ਲੋੜ ਹੀ ਨਹੀਂ ਮੈਨੂੰ, ਰਾਈਟ। ਰੱਬ ਕਰੇ ਨਾ ਮੈਨੂੰ ਲੋੜ ਪਵੇ। ਹਾਲਾਂਕਿ ਨੀਡ ਹੈ ਇੱਕ ਮਾਰਕੀਟਿੰਗ ਦੀ, ਇਹਦੇ ਨਾਲ ਤੁਹਾਡੀ ਅਕੈਡਮੀ ਪਤਾ ਨਹੀਂ ਕਿੱਥੋਂ ਤੋਂ ਕਿੱਥੋਂ ਲੈ ਕੇ ਪਹੁੰਚ ਜਾਂਦੀ ਆ, ਠੀਕ ਆ। ਉਹ ਕਰ ਲਾਂਗੇ ਜਦੋਂ ਆਫਲਾਈਨ ਓਪਨ ਹੋਊਗਾ ਉਦੋਂ ਦੇਖ ਲਾਂਗੇ, ਪਰ ਫਿਲਹਾਲ ਮੈਂ ਇੱਕ ਗੱਲ ਕਰ ਰਿਹਾ ਕਿ ਮੈਨੂੰ ਕੰਮ ਕਰਨਾ ਆਉਂਦਾ ਨਹੀਂ, ਸਿੱਖ ਲਾਂਗੇ ਹੌਲੀ ਹੌਲੀ, ਚੀਜ਼ਾਂ ਹੋਣ ਵੀ ਲੱਗ ਜਾਣਗੀਆਂ। ਮੈਂ ਇਹ ਨਹੀਂ ਕਹਿੰਦਾ ਵੀ ਹੋਣਾ ਚਾਹੀਦਾ ਨਹੀਂ, ਜਿਹੜੇ ਕਰਦੇ ਹੋਣਗੇ ਵਧੀਆ ਗੱਲ ਹੈ, ਰਾਈਟ। ਪਰ ਇੱਕ ਚੀਜ਼ ਜਿਹੜੀ ਮੈਂ ਕਹਿਣੀ ਚਾਹੁੰਦਾਗਾ ਉਹ ਸਿਰਫ ਇਹੀ ਹੈ ਕਿ ਕੰਸਿਸਟੈਂਸੀ ਮੈਟਰ ਕਰਦੀ ਆ। ਅਗਰ ਉਹਨਾਂ ਨੇ ਉਸ ਦਿਨ, ਚਲੋ ਮੇਰਾ ਕੀ ਹੈ, ਮੈਂ ਸਿਰਫ ਇੰਨੀ ਗੱਲ ਹੀ ਕਹੀ ਆ ਕਿ ਜੇਕਰ ਇੱਕ ਪੋਸਟ ਵੀ ਆਵੇ ਤਾਂ ਭਰਨੀ ਚਾਹੀਦੀ ਹੈ। ਜੇਕਰ ਫਾਈਨੈਂਸ਼ੀਅਲ ਸਪੋਰਟ ਦੀ ਲੋੜ ਆ ਤਾਂ ਮੈਂ ਤੁਹਾਡੇ ਫਾਰਮ ਭਰ ਦੂੰਗਾ। ਉਹਨਾਂ ਨੇ ਮੇਰੇ ਤੋਂ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਲਈ, ਸਿਰਫ ਉਹਨਾਂ ਨੇ ਇਹੀ ਦੁੱਖ ਮਨਾਇਆ ਕਿ ਸਰ ਪੇਪਰ ਤੁਹਾਡੇ ਪੜ੍ਹਾਈ 'ਚੋਂ ਆਇਆ ਸੀ। ਪਟਵਾਰੀ ਤਾਂ ਚਲੋ ਪ੍ਰੂਫ ਹੀ ਹੈ, ਸਾਰਾ ਕੁਝ ਹੀ ਪਿਆ ਹੈ ਨਾ। ਸੋ ਕਹਿਣ ਦਾ ਮੇਰੇ ਤੋਂ ਫਿਰ ਵੀ ਕਲੀਅਰ ਨਹੀਂ ਹੋਇਆ, ਇਹ ਦੁੱਖ ਸੀ। ਮੈਂ ਕਿਹਾ ਕੋਈ ਨਾ, ਜੇ ਗਲਤੀ ਹੋ ਗਈ ਤਾਂ ਕਹਿਣ ਦਾ ਮਤਲਬ ਓਬਵੀਅਸ ਗੱਲ ਹੈ ਵੀ ਜੇ ਗਲਤੀ ਕਿਸੇ ਤੋਂ ਹੁੰਦੀ ਹੈ ਤਾਂ ਉਸ 'ਤੇ ਸੁਧਾਰ ਕਰਨਾ ਚਾਹੀਦਾ। ਜੇ ਤੁਹਾਡਾ IT ਬੈਕਗਰਾਊਂਡ ਹੈਗਾ ਤਾਂ IT 'ਤੇ ਭਰ ਦਿਓ, ਕੋਈ ਚੱਕਰ ਵਾਲੀ ਗੱਲ ਨਹੀਂ। ਚਾਹੇ ਇੱਕ ਪੋਸਟ ਹੈ, ਹੋਰ ਦੱਸ ਦਿੰਦਾ, ਮੇਰੇ ਰਿਲੇਟਿਵ ਦੇ ਵਿੱਚ ਹੀ ਇੱਕ ਡਾਕਟਰ ਹੈ, ਉਹਨਾਂ ਦੀ ਵੀ ਪੋਸਟ ਇੱਕ ਹੀ ਸੀ ਜਿਹੜੀ ਉਹਨਾਂ ਨੂੰ ਮਿਲ ਗਈ। ਜਿਹੜੀ ਆਪਾਂ ਕਹਿੰਦੇ ਰਹਿੰਦੇ ਵੀ ਅੱਜ ਕੱਲ੍ਹ ਸਿਫਾਰਸ਼ਾਂ ਚੱਲਦੀਆਂ ਜੀ, ਅੱਜ ਕੱਲ੍ਹ ਆਏ ਆ ਜੀ, ਅੱਜ ਕੱਲ੍ਹ ਫਲਾਨਾ ਜੀ ਧੌਂਕਾ ਜੀ, ਵੀ ਇੱਕ ਪੋਸਟ ਹੈ, ਇੱਕ ਜਨਰਲ ਦੀ ਪੋਸਟ ਹੈ, ਉਸੇ 'ਤੇ ਕਿਸੇ ਨਾ ਕਿਸੇ ਨੂੰ ਉਹਨਾਂ ਨੇ ਆਪੇ ਸਿਲੈਕਟ ਕਰ ਲੈਣਾ। ਨਾ ਇਹ ਮੈਟਰ ਕਰਦਾ ਹੀ ਨਹੀਂ। ਇੱਕ ਹੋਰ ਕਹਿੰਦਾ ਜੀ ਤੁਹਾਨੂੰ ਮੈਂ ਪਹਿਲੀ ਵਾਰ ਸੁਣਿਆ ਜਦੋਂ ਤਾਂ ਤੁਸੀਂ ਇੰਨੀ ਲੰਮੀ ਕਲਾਸ ਪਾਤੀ, ਇੰਨਾ ਐਕਸਪਲੇਨ ਕਰਤਾ। ਮੈਨੂੰ ਕਹਿੰਦੇ ਜੀ ਪਹਿਲੇ ਦਿਨ ਤੁਸੀਂ ਬਹੁਤ ਬੁਰੇ ਲੱਗੇ ਹੈ, ਮੈਨੂੰ ਤੁਸੀਂ ਵਧੀਆ ਹੀ ਨਹੀਂ ਲੱਗੇ, ਠੀਕ ਹੈ। ਅਤੇ ਮੈਂ ਕਿਹਾ ਅੱਛਾ ਭਾਈ ਠੀਕ ਹੈ। ਕਹਿੰਦਾ ਜੀ ਫਿਰ ਐਵੇਂ ਹੀ ਬਸ ਹੌਲੀ ਹੌਲੀ ਮੈਂ ਕੋਈ ਇੱਕ ਅੱਧੀ ਹੋਰ ਵੀਡੀਓ ਸੁਣੀ, ਕਹਿੰਦਾ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਚੱਲ ਠੀਕ ਆ, ਮੈਂ ਸੁਣ ਲਿਆ। ਕਹਿੰਦਾ ਉਸ ਤੋਂ ਬਾਅਦ ਜਦੋਂ ਪੇਪਰ ਦੇਖਿਆ ਮੈਂ ਪੇਪਰ 'ਚ ਸਾਰਾ ਕੁਝ ਆ ਗਿਆ, ਉਹ ਸਿਲੈਕਟ ਹੋ ਗਏ ਉਹ 'ਚੋਂ, ਹੁਣ ਉਹਨਾਂ ਦੀ ਵੀ ਜੁਆਇਨਿੰਗ ਆ ਗਈ, ਰਾਈਟ। ਸੋ ਕਹਿਣ ਦਾ ਮਤਲਬ ਸਿਰਫ ਇਹ ਆ ਕਿ ਮੈਂ ਆਈ ਨਹੀਂ ਕਹਿੰਦਾ ਕਿ ਮੈਂ ਕੋਈ ਅੰਤਰਜਾਮੀ ਆ, ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿਣਾ ਹੁੰਦਾ ਕਿ ਭਾਈ 100% ਕਰ ਲਓ। ਮੇਰੇ ਕੋਲ ਕੋਈ ਜੜੀ ਬੂਟੀ ਨਹੀਂ, ਕਿਸੇ ਚੀਜ਼ ਨੂੰ ਛੱਡ ਕੇ ਨਾ ਜਾਓ। ਚਾਹੇ ਕੋਈ 5 ਨੰਬਰਾਂ ਦੀ ਚੀਜ਼ ਆਉਣੀ, ਚਾਹੇ ਕੋਈ 1 ਨੰਬਰ ਦੀ ਚੀਜ਼ ਆਉਣੀ, ਚਾਹੇ ਕੋਈ 10 ਦੀ ਆਉਣੀ, ਚਾਹੇ ਕੋਈ 15 ਦੀ ਆਉਣੀ ਆ, ਇਹ ਮੈਟਰ ਹੀ ਨਹੀਂ ਕਰਦਾ। ਤੁਹਾਡਾ ਮੈਟਰ ਕਰਦਾ ਕਿ ਪੇਪਰ ਦੇ ਵਿੱਚੋਂ ਕਿਵੇਂ ਤੁਸੀਂ 85% ਪਲੱਸ ਲਿਜਾ ਸਕਦੇ ਹੋ। ਹੁਣ ਆ ਗਈ PSPCL LDC ਦੀ ਗੱਲ। PSPCL LDC ਮੇਨਸ, ਹੁਣ ਇਹਦੇ ਵਾਸਤੇ ਜਿਵੇਂ ਆਪਾਂ ਪਟਵਾਰੀ, ਐਕਸਾਈਜ਼ ਜਾਂ ਜਿੰਨੇ ਵੀ ਪਹਿਲਾਂ ਪੇਪਰ ਹੋਇਆ, ਤੁਹਾਡੇ ਯਾਦ ਹੋ ਕੇ ਆਪਾਂ YouTube ਤੇ ਕਾਫੀ ਸੈਸ਼ਨ ਲਏ ਆ। ਇੱਕ ਤਾਂ ਹੁਣ ਸੀਰੀਜ਼ ਚੱਲ ਹੀ ਰਹੀ ਹੈ ਟਨਾਟਨ ਵਾਲੀ। ਹੁਣ ਇਹ ਜਿਹੜੀ ਟਨਾਟਨ ਸੀਰੀਜ਼ ਆ, ਇਹ ਤਾਂ ਓਬਵੀਅਸ ਗੱਲ ਹੈ, ਇਹਦਾ ਨਾਮ ਹੀ ਇਹੋ ਜਿਹਾ, ਤਾਂ ਇਹ ਤਾਂ PPSC ਲੈਵਲ ਦੀ ਆ, ਰਾਈਟ। PPSC ਲੈਵਲ ਦਾ ਮਤਲਬ ਕੀ ਹੋਗਾ, ਜਿਵੇਂ ਕੋਆਪਰੇਟਿਵ ਇੰਸਪੈਕਟਰ ਹੈ, ਨਾਇਬ ਤਹਿਸੀਲਦਾਰ ਹੈ, ਹਾਈ ਲੈਵਲ ਹੋ ਗਿਆ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਕਲਰਕ ਦੀ ਤਿਆਰੀ ਕਰਦੇ ਹੋ ਨਾ ਕਰੋ, ਕਰਨਾ ਚਾਹੀਦਾ। ਜੇ ਇਹਨਾਂ ਲੈਵਲ ਹੋ ਗਿਆ ਤਾਂ ਕਲਰਕ ਤਾਂ ਤੁਹਾਡੇ ਅੱਗੇ ਪਿੱਛੇ ਭੱਜਿਆ ਫਿਰੂਗਾ। ਪਰ ਕਲੈਰੀਕਲ ਲੈਵਲ ਤੇ ਜਿਹੜੇ ਤੁਹਾਨੂੰ PSPCL ਦੇ ਵਿੱਚ ਮੈਥ ਦੇ ਕੁਐਸਚਨ ਆਉਣਗੇ, ਰੀਜ਼ਨਿੰਗ ਦੇ ਕੁਐਸਚਨ ਆਉਣਗੇ ਜਾਂ GK ਦੇ ਕੁਐਸਚਨ ਆਉਣਗੇ, ਉਹਦੇ ਆਪਾਂ ਮੌਕ ਟੈਸਟ ਆ ਜਿਹੜੇ ਉਹ YouTube ਤੇ ਲਗਾਵਾਂਗੇ, ਰਾਈਟ। ਸੋ YouTube ਤੇ ਕੱਲ ਤੋਂ ਉਹ ਚੀਜ਼ ਮੈਂ ਸਟਾਰਟ ਕਰ ਦੂੰਗਾ। ਦੁਆ ਇਹ ਮੰਗਿਆ ਕਰੋ, ਮੈਨੂੰ ਕੋਸ਼ਿਸ਼ ਨਾ ਕਰੋ। ਮੈਨੂੰ ਤਾਂ ਵਧੀਆ ਸਟੂਡੈਂਟ ਹੀ ਲੱਗਦੇ ਆ, ਕਿਉਂਕਿ ਉਹਨਾਂ ਦੇ ਕਮੈਂਟ ਮੈਨੂੰ ਲੱਗਦਾ ਬਹੁਤ ਵਾਰੀ ਆਉਂਦੇ ਆ, ਰਿਸਪੈਕਟ ਨਾਲ ਹੀ ਬੋਲਦੇ ਆ ਕਿ ਸਰ ਪਲੀਜ਼ ਤੁਸੀਂ ਕੰਟੀਨਿਊ ਨਹੀਂ ਰੱਖਦੇ। ਕੰਟੀਨਿਊ ਰੱਖੋਗੇ ਤਾਂ ਅਸੀਂ ਪੜ੍ਹੀਏ। ਮੈਂ ਸਿਰਫ ਇੰਨੀ ਗੱਲ ਕਰਦਾ ਹਾਂ ਕਿ ਦੁਆ ਕਰੋ ਕਿ ਮੈਂ ਕੰਟੀਨਿਊ ਰਹਾਂ, ਰਾਈਟ। ਜਦੋਂ ਇੰਨਾ ਵਧੀਆ ਤਰੀਕੇ ਦੇ ਨਾਲ ਮੈਂ ਪੜ੍ਹਾ ਰਿਹਾਗਾ ਤਾਂ ਦੁਆ ਹੋਣੀ ਚਾਹੀਦੀ ਹੈ ਕਿ ਮੈਂ ਕੰਟੀਨਿਊ ਰਹਾਂ। ਆ ਜਾੜ ਆ ਨਾ ਮੇਰੀ, ਇਹ ਯਾਦ ਕਰ ਲਓ। ਜੇਕਰ ਤੁਸੀਂ ਪਿਛਲੇ ਕੋਈ ਵੀਡੀਓਜ਼ ਦੇ ਮੇਰੇ ਸਟੂਡੈਂਟ ਪੁਰਾਣੇ ਹੋ ਤਾਂ ਮੈਂ ਉਹ ਪਟਵਾਰੀ ਦੀ ਤਿਆਰੀ ਜਦੋਂ ਕਰਵਾਉਂਦਾ ਸੀ ਉਦੋਂ ਪਹਿਲਾਂ, ਯਾਨੀ ਪਿਛਲੇ ਸਾਲ 1.5 ਸਾਲ ਹੋ ਗਿਆ, ਤੇ ਮੈਂ ਉਦੋਂ ਬੋਲਿਆ ਸੀਗਾ ਕਿ ਮੇਰੀ ਆਹ ਜਾੜ ਕਢਾਉਣੀ ਹੈ, ਯਾਨੀ ਕਿ ਇਹ ਭਰਾਉਣੀ ਹੈ, ਫਿਲ ਕਰਾਉਣੀ ਹੈ। ਤੇ ਕਰੋਨਾ ਟਾਈਮ ਪੀਰੀਅਡ ਕਰਕੇ ਸਾਰੇ ਬੰਦ ਸੀਗੇ, ਤੁਹਾਨੂੰ ਪਤਾ ਉਸ ਟਾਈਮ ਦੀ ਗੱਲ ਹੈ। ਤੇ ਉਸ ਤੋਂ ਬਾਅਦ ਕਰਦੇ ਗਲ ਗਈ, ਤੇ ਅੱਜ ਵੀ ਹਜੇ ਮੇਰਾ ਇਹ ਕਦੇ ਦਰਦ ਕਰਨ ਲੱਗ ਗਿਆ। ਟਾਈਮ ਹੀ ਨਹੀਂ ਮਿਲਿਆ। ਹੁਣ ਤੁਸੀਂ ਕਹੋਗੇ ਤੁਹਾਨੂੰ 2 ਸਾਲਾਂ 'ਚ ਟਾਈਮ ਨਹੀਂ ਮਿਲਿਆ, ਨਹੀਂ ਮਿਲਦਾ, ਕਿਉਂਕਿ ਜਦੋਂ ਮੈਂ ਵਿਹਲਾ ਹੁੰਨਾ ਉਹ ਵਿਹਲਾ ਕਿਸੇ ਹੋਰ ਕੰਮ ਕਰਕੇ ਹੁੰਨਾਗਾ, ਇਸ ਕਰਕੇ ਹੋਇਆ ਹੀ ਨਹੀਂ। ਹੁਣ ਤਾਂ ਬਸ ਸਿੱਧਾ ਗਾਲੀ ਗਿਆ ਕੰਮ, ਹੁਣ ਕੱਢਣਾ ਹੀ ਪਊਗਾ, ਜਦੋਂ ਮੌਕਾ ਮਿਲਿਆ ਕੱਢ ਲਾਂਗੇ, ਠੀਕ ਹੈ। ਪਰ ਸੱਚੀ ਟਾਈਮ ਨਹੀਂ ਮਿਲਦਾ। ਤੇ ਤੁਹਾਨੂੰ ਇਹ ਐਂ ਲੱਗਦਾ ਕਿ ਇੰਨਾ ਕੁਛ ਮੈਂ ਕਰੀ ਜਾਂਦਾ ਤੇ ਇਹਦੇ ਨਾਲ ਮੈਂ ਕੋਈ ਅੰਬਾਨੀ ਬਣੀ ਜਾਂਦਾ, ਤਾਂ 90% ਸਟੂਡੈਂਟ ਮੇਰੇ ਕੋਲ ਫ੍ਰੀ ਪੜ੍ਹਦੇ ਆ, ਰਾਈਟ। ਸੋ ਕੋਈ ਚੱਕਰ ਵਾਲੀ ਗੱਲ ਨਹੀਂ। ਮੈਂ ਸਿਰਫ ਇਹੀ ਕਹਿ ਰਿਹਾਗਾ ਕਿ ਪੜ੍ਹਨਾ ਤੁਸੀਂ ਆ, ਸਿਲੈਕਸ਼ਨ ਤੁਹਾਡੀ ਹੋਣੀ ਹੈ, ਸਾਰਾ ਕੁਝ ਤੁਹਾਡਾ ਹੈਗਾ। ਮੇਰਾ ਸਿਰਫ ਮੱਥਾ ਮਾਰ ਰਿਹਾ, ਇਹ ਤਾਂ ਮੇਰਾ ਜਨੂਨ ਹੈ, ਰਾਈਟ। ਜਿੱਦਣ ਮੇਰੇ ਵਾਲੀ ਜੁਆਇਨਿੰਗ ਆ ਗਈ ਉਦੋਂ ਆਪਾਂ ਛੱਡ ਦੇਣਾ ਕਿਹੜਾ, ਰਾਈਟ। ਨਹੀਂ ਛੱਡਦਾ, ਉਹ ਜੁਆਇਨਿੰਗ ਛੱਡ ਦਾਂਗੇ, ਠੀਕ ਹੈ। ਸੋ ਬੇਸਿਕਲੀ ਕੀ ਆ, ਇਹ ਮੈਂ ਕੀ ਤੁਹਾਨੂੰ ਬੋਲ ਗਿਆ
ਕਲੈਰੀਕਲ, ਹਾਂ ਕਲੈਰੀਕਲ ਦੇ ਵਾਸਤੇ ਬੇਸਿਕਲੀ ਮੈਥ, ਰੀਜ਼ਨਿੰਗ, ਜੀਕੇ ਮੌਕ ਟੈਸਟ ਜਿਹੜੇ ਆਪਾਂ ਲਾਉਣ ਲੱਗਾਂਗੇ, ਰਾਈਟ। ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਠੀਕ ਹੈ। ਸੋ ਜੇਕਰ ਮੈਂ ਇੰਨੀ ਡਿਟੇਲ ਦੇ ਵਿੱਚ ਤੁਹਾਨੂੰ ਪੜ੍ਹਾਊਂਗਾ, ਬਸ ਆਏ ਮੰਨ ਲਓ ਕਿ ਜਿਹੜੇ ਮੈਂ ਕੁਐਸਚਨ ਕਰਾਤੇ ਉਹਨਾਂ ਨੂੰ ਤੁਸੀਂ ਕਰਕੇ ਹੀ ਜਾਣਾ। ਤੁਹਾਡੇ PSPCL ਪੇਪਰ ਦੇ ਵਿੱਚ ਉਹ ਕੁਐਸਚਨ ਐਜ਼ ਇਟ ਇਜ਼ ਪਏ ਹੋਣਗੇ, ਮੈਥ ਹੋ ਗਿਆ ਚਾਹੇ ਰੀਜ਼ਨਿੰਗ ਹੋ ਗਿਆ। ਐਂਡ ਜਿਹੜਾ ਬੱਚਾ ਇਹਦੇ ਵਿੱਚੋਂ 100% ਸਿਕਿਉਰ ਕਰ ਗਿਆ, ਜਾਂ ਚਲੋ 100 ਛੱਡੋ 95% ਜੇਕਰ ਸਿਕਿਉਰ ਕਰ ਗਏ, ਤਾਂ ਬਸ ਐਂ ਕਹਿ ਲਓ ਵੀ ਤੁਹਾਡੀ ਬੱਲੇ ਬੱਲੇ ਹੋ ਜਾਣੀ ਹੈ, ਰਾਈਟ। ਸੋ ਕੱਲ ਤੋਂ ਇਹ ਚੀਜ਼ਾਂ ਲੱਗ ਜਾਣੀਆਂ, ਬਾਕੀ ਇਸ ਤੋਂ ਜ਼ਿਆਦਾ ਮੋਟੀਵੇਟ ਮੈਂ ਨਹੀਂ ਕਰ ਸਕਦਾ, ਰਾਈਟ। ਤਾਂ ਬਹੁਤ ਘੱਟ ਸਟੂਡੈਂਟ ਹੁੰਦੇ ਆ ਜਿਹੜੇ ਐਂ ਕਹਿ ਲਓ ਵੀ ਸਿਲੈਕਟ ਹੋਣ ਤੋਂ ਬਾਅਦ ਵੀ ਕਾਲ ਕਰ ਲੈਣ, ਤੇ ਉਸ ਤੋਂ ਬਾਅਦ ਬਹੁਤ ਘੱਟ ਸਟੂਡੈਂਟ ਹੁੰਦੇ ਆ ਜਿਨ੍ਹਾਂ ਦੀ ਸਟੋਰੀ ਇੱਕ ਇੰਸਪੀਰੇਸ਼ਨ ਵਾਲੀ ਹੁੰਦੀ ਹੈ, ਇੰਸਪਾਇਰ ਕਰਨ ਵਾਲੀ ਹੁੰਦੀ ਆ। ਸੋ ਅੱਜ ਦਾ ਟਾਈਮ ਚਾਹੇ ਤੁਸੀਂ ਰੋ ਰਹੇ ਹੋ, ਚਾਹੇ ਕੁਛ ਵੀ ਆ, ਆਉਣ ਵਾਲਾ ਟਾਈਮ ਤੁਹਾਡੇ ਬਾਈ ਦਾ, ਰਾਈਟ। ਸੋ ਆਉਣ ਵਾਲਾ ਟਾਈਮ ਤੁਹਾਡਾ ਹੀ ਹੋਊਗਾ, ਚਾਹੇ ਤੁਸੀਂ ਕੁੜੀ ਹੋ ਚਾਹੇ ਮੁੰਡਾ, ਕੋਈ ਵੀ ਆ। ਸਟਰਗਲ ਹਰ ਇੱਕ ਦੀ ਲਾਈਫ ਦੇ ਵਿੱਚ ਹੁੰਦਾ, ਕਿਸੇ ਦਾ ਬਹੁਤ ਵੱਡਾ ਹੁੰਦਾ, ਕਿਸੇ ਦਾ ਬਹੁਤ ਛੋਟਾ ਹੁੰਦਾ, ਕਿਸੇ ਦਾ ਮੀਡੀਅਮ ਹੁੰਦਾ। ਤਾਂ ਸਟਰਗਲ ਹੈ, ਰਾਈਟ। ਉਹ ਕਹਿੰਦੇ ਹੁੰਦਾ ਨਾ ਵੀ ਸਾਹ ਜੇਕਰ ਘੁੱਟਣਾਗਾ ਤਾਂ ਹੋ ਸਕਦਾ ਤੁਹਾਡਾ ਭਾਈ ਅੱਧਾ ਘੰਟਾ ਸਾਹ ਤੁਸੀਂ ਰੋਕ ਲੈਂਦੇ ਹੋ ਸਕਦਾ 5 ਮਿੰਟ ਰੋਕ ਲੈਂਦੇ ਹੋ ਸਕਦਾ 15 ਮਿੰਟ, ਪਰ ਸਾਹ ਤਾਂ ਰੁਕਦਾ ਨਾ ਜਦੋਂ, ਤਾਂ ਬੰਦਾ ਤੜਫਦਾ ਹੀ ਤੜਫਦਾਗਾ, ਰਾਈਟ। ਕੋਈ 5 ਮਿੰਟ ਤੜਫ ਲਿਆ, ਕੋਈ 15 ਮਿੰਟ, ਕੋਈ ਮਹੀਨਾ ਤੜਫ ਲਿਆ ਹੋਊਗਾ, ਰਾਈਟ। ਸੋ ਕੋਈ ਮੈਟਰ ਨਹੀਂ ਕਰਦਾ, ਮੈਟਰ ਕਰਦਾ ਕਿ ਉਸ ਤੜਫਣ ਤੋਂ ਬਾਅਦ ਕਾਮਯਾਬੀ। ਸੋ ਬਹੁਤ ਸਟੂਡੈਂਟ ਆ ਜਦੋਂ ਕਾਮਯਾਬ ਹੁੰਦੇ ਆ, ਜਦੋਂ ਰੋ ਕੇ ਦੱਸਦੇ ਨੇ ਕਿ ਸਰ ਜੀ ਮੈਂ ਸਿਲੈਕਟ ਹੋ ਗਿਆ, ਆਏ ਹਾਏ, ਮਤਲਬ ਤੁਸੀਂ ਯਕੀਨ ਹੀ ਨਹੀਂ ਮੰਨ ਸਕਦੇ ਉਸ ਸਟੂਡੈਂਟ ਤੋਂ ਜ਼ਿਆਦਾ ਇਹ ਬੰਦੇ ਨੂੰ ਕਿੰਨੀ ਖੁਸ਼ੀ ਹੁੰਦੀ ਹੋਊਗੀ ਜਿਹੜਾ ਹਰ ਰੋਜ਼ ਇੰਨਾ ਮੱਥਾ ਮਾਰ ਕੇ ਸਟ੍ਰੈਟਜੀਆਂ ਬਣਾ ਕੇ ਫਲਾਨਾ ਧੌਂਕਾ ਵੀ ਇੰਨੀ ਡਿਟੇਲ 'ਚ ਪੜ੍ਹੋ। ਕੋਈ ਮੈਟਰ ਨਹੀਂ ਕਰਦਾ ਯਾਰ, ਜੇ ਤੁਹਾਨੂੰ ਇਹ ਲੱਗਦਾ ਵੀ ਪੈਸੇ ਲੈ ਲੈਂਦੇ ਇੰਸਟੀਚਿਊਟ ਵਾਲੇ, ਤਾਂ ਚਲੋ ਮੈਂ ਆਪਾਂ ਤਾਂ ਇੰਸਟੀਚਿਊਟ ਗਿਣਦੇ ਹੀ ਨਹੀਂ, ਮੈਂ ਤਾਂ ਇਕੱਲਾ ਹੀ ਹਾਂ, ਰਾਈਟ। ਸੋ ਕਹਿਣ ਦਾ ਮਤਲਬ ਕੀ ਆ ਕਿ ਇਹ ਹੁੰਦਾ ਹੀ ਨਹੀਂ, ਚਾਹੇ ਕੋਈ ਵੀ ਇੰਸਟੀਚਿਊਟ ਹੈ। ਜਦੋਂ ਕਿਸੇ ਦਾ ਵੀ ਸਟੂਡੈਂਟ ਸਿਲੈਕਟ ਹੁੰਦਾ ਹੋਊਗਾ, ਉਸ ਸਟੂਡੈਂਟ ਤੋਂ ਕਿਤੇ ਜ਼ਿਆਦਾ ਉਸ ਇੰਸਟੀਚਿਊਟ ਵਾਲੇ ਨੂੰ ਹੁੰਦੀ ਹੈ, ਰੈਦਰ ਦੈਨ ਕਿ ਉਸ ਚੀਜ਼ ਨੂੰ ਉਹ ਜ਼ਿਆਦਾ ਪ੍ਰਮੋਟ ਕਰਕੇ ਜਵਾਕਾ ਹੋਰ ਨੂੰ ਵਰਗਲਾਏ ਨਾ। ਅੱਜ ਵੀ ਮੈਨੂੰ ਕਾਲ ਆਈ ਕਿ ਸਰ ਮੇਰਾ 15,000 ਖਰਾਬ ਹੋ ਗਿਆ, ਮੈਨੂੰ ਫ੍ਰੀ ਕੋਰਸ ਦੇ ਦਿਓ। ਪਰਸੋਂ ਵੀ ਕਾਲ ਆਈ ਕਿ ਮੈਂ ਪਟਿਆਲੇ ਤੋਂ, ਮੇਰਾ ਫਲਾਣਾ ਤੋਂ ਕਿ ਇੰਸਟੀਚਿਊਟ ਦੇ ਵਿੱਚ ਪੈਸੇ ਖਰਾਬ ਹੋ ਗਏ, ਫ੍ਰੀ ਦੇ ਦਿਓ। ਐਸੀ ਕੋਈ ਗੱਲ ਨਹੀਂ, ਕੋਈ ਇੰਸਟੀਚਿਊਟ ਤੁਹਾਨੂੰ ਖਰਾਬ ਨਹੀਂ ਕਰ ਸਕਦਾ ਜੇਕਰ ਤੁਸੀਂ ਆਪ ਪੜ੍ਹਨ ਵਾਲੇ ਹੋ। ਉਸ ਇੰਸਟੀਚਿਊਟ 'ਚ ਜਿੱਥੇ ਤੁਸੀਂ ਪੜ੍ਹੇ ਹੋ ਉੱਥੇ ਵੀ ਬੱਚੇ ਸਿਲੈਕਟ ਹੋਏ ਹੋਣਗੇ। ਜੇਕਰ ਮੇਰੇ ਤੋਂ ਵੀ ਮੰਨ ਲਓ 400 ਜਵਾਕ ਕਿਸੇ ਕੋਰਸ ਦੇ ਵਿੱਚ ਆ, ਤਾਂ ਇਹਦੇ ਵਿੱਚੋਂ ਮਸਾਂ 50 ਸਿਲੈਕਟ ਹੋਣਗੇ, ਤਾਂ ਇਹਦਾ ਮਤਲਬ ਬਾਕੀ ਜਿਹੜੇ 350 ਤੋਂ ਮੈਨੂੰ ਗਾਲਾਂ ਹੀ ਕੱਢੀ ਜਾਂਦੇ ਹੋਣਗੇ ਕਿ ਜੀ ਅਸੀਂ ਫਲਾਣੇ ਇੰਸਟੀਚਿਊਟ ਤੋਂ ਪੜ੍ਹੇ, ਫਨਕਾਰ ਤੋਂ ਪੜ੍ਹੇ, ਸਾਡੇ ਤਾਂ ਸਿਲੈਕਸ਼ਨ ਹੋਈ ਨਹੀਂ, ਉਹ ਵੀ ਮੈਨੂੰ ਗਾਲਾਂ ਕੱਢਦੇ ਹੋਣਗੇ। ਸੋ ਇਹ ਮੈਟਰ ਕਰਦਾ ਹੀ ਨਹੀਂ ਤੁਸੀਂ ਕਿੱਥੇ ਕੋਨੇ 'ਚ ਪੜ੍ਹ ਰਹੇ ਹੋ, ਮੈਟਰ ਕਰਦਾ ਕਿ ਤੁਸੀਂ ਜੋ ਪੜ੍ਹ ਰਹੇ ਹੋ ਉਹ ਸਹੀ ਆ, ਕੀ ਤੁਸੀਂ ਪ੍ਰੋਪਰ ਤਰੀਕੇ ਨਾਲ ਐਨਾਲਿਸਿਸ ਕੀਤਾ। ਜਿਵੇਂ ਮੈਨੂੰ ਕਾਲ ਕਰਕੇ ਕਹਿੰਦੇ ਕਿ ਸਰ ਜੀ ਜੋ ਤੁਸੀਂ ਪੜ੍ਹਾਓਗੇ ਉਹ 'ਚੋਂ ਆ ਜਾਊਗਾ, ਮੈਂ ਕਹਿੰਦਾ ਉਹਨਾਂ ਨੂੰ ਜੋ ਮੈਂ ਪੜ੍ਹਾਊਂਗਾ ਉਹ ਤੁਸੀਂ ਕਰ ਲਓਗੇ। 400 ਲੈਕਚਰ ਤਾਂ ਪਿਆ ਹੁੰਦਾ, 400 ਲੈਕਚਰ ਦੇ ਵਿੱਚੋਂ ਦੇਖਿਆ 100 ਨਹੀਂ ਹੁੰਦਾ, ਤੇ ਐਕਸਪੈਕਟ ਕਰਦੇ ਕਿ ਇਹਨਾਂ 100 ਦੇ ਵਿੱਚੋਂ ਸਾਰਾ ਕੁਝ ਆ ਜੇ। ਪੋਸੀਬਲ ਹੈ ਹੀ ਨਹੀਂ। ਜੇਕਰ ਮੈਂ ਸਾਰਾ ਕੁਝ ਕਰਾਤਾ, ਉਹ ਸਾਰਾ ਕੁਝ ਕਰ ਲਓ, ਪੇਪਰ ਆ ਜਾਊਗਾ। ਤੇ ਐਵੇਂ ਸਿਲੈਕਸ਼ਨ ਹੁੰਦੀ ਆ, ਤੇ ਆਪਣੀ ਸਿਲੈਕਸ਼ਨ ਜਾਂ ਤਾਂ ਟੌਪਰ ਵਾਲੇ ਹੁੰਦੀ ਆ ਤੇ ਜਾਂ ਫੇਲ ਹੁੰਦੇ ਆ, ਮੀਡੀਅਮ ਵਾਲੇ ਆਪਾਂ ਰੱਖੀ ਦੇ ਨਹੀਂ, ਰਾਈਟ। ਸੋ ਕਹਿਣ ਦਾ ਮਤਲਬ ਸਿਰਫ ਇਹੀ ਆ ਕਿ ਮੈਂ ਕੋਈ ਇਹਦੇ ਵਿੱਚ PSPCL ਪਿੱਛੇ ਕੋਈ ਵੀ ਮੌਕ ਟੈਸਟ ਸੀਰੀਜ਼ ਲਾਂਚ ਨਹੀਂ ਕਰ ਰਿਹਾ। ਪਹਿਲਾਂ ਮੈਂ ਸੋਚਿਆ ਸੀ, ਪਰ ਟਾਈਮ ਬਹੁਤ ਥੋੜਾ ਹੈਗਾ, ਇਸ ਕਰਕੇ ਜਿੰਨੇ ਵੀ ਮੌਕ ਟੈਸਟ ਮੈਂ ਤੁਹਾਨੂੰ ਦੇ ਕੇ ਜਾਊਂਗਾ ਜਿਹੜੇ ਆਪਣੇ YouTube ਤੇ ਚੱਲਣਗੇ, ਕਰ ਲਓ ਰੱਬ ਦਾ ਨਾਮ ਲੈ ਕੇ, ਬਸ ਫਿਰ ਬੱਲੇ ਬੱਲੇ ਹੋ ਜਾਣੀ ਆ। ਐਂ ਕਹਿ ਲਓ ਵੀ ਤੁਹਾਡਾ ਦਿਲ ਗਾਰਡਨ ਹੋ ਜਾਣਾ PSPCL ਮੇਨਸ ਦੇ ਵਿੱਚ ਜਾ ਕੇ, ਪਰ ਬੰਦਿਆਂ ਵਾਂਗੂ ਕਰ ਲਿਓ। ਬਾਕੀ ਭਾਈ ਵੀਡੀਓ ਸ਼ੇਅਰ ਕਰਨੀ ਕਰ ਦਿਓ, ਨਹੀਂ ਕਰਨੀ ਨਾ ਕਰੋ। ਆਪਾਂ ਤਾਂ ਲਾਈਕ ਵਾਲਾ ਵੀ ਹਟਾਤਾ, ਵੀ ਲਾਈਕ ਵੀ ਦੇਖਣੋਂ ਹਟ ਜਾਓ, ਠੀਕ ਹੈ। ਸੋ ਥੈਂਕ ਯੂ ਸੋ ਮਚ, ਬਾਬਾ ਮਿਹਰ ਕਰੇ। ਅੱਛਾ ਓਕੇ ਪ੍ਰਮੋਸ਼ਨ ਜਿਹੜੀ ਮੈਂ ਭੁੱਲ ਜਾਂਦਾ, ਪ੍ਰਮੋਸ਼ਨ ਚੀਜ਼ ਦੀ ਕੀ ਕਰਨੀ ਹੈ। ਪ੍ਰਮੋਸ਼ਨ ਆਹ ਭਾਈ ਕਿ 22 ਮਾਰਚ ਤੋਂ ਲੈ ਕੇ 31 ਮਾਰਚ ਤੱਕ ਆਪਾਂ ਡਿਸਕਾਊਂਟ ਦੀ ਆਫਰ ਚਲਾਈ ਸੀ, ਬਰਥਡੇ ਵੀਕ ਹੈ, 1 ਸਾਲ ਸਾਰੇ ਪੇਪਰ ਯਾਨੀ ਇਹਦੇ ਵਿੱਚ PPSC ਪੁਲਿਸ ਐਂਡ ਕਲੈਰੀਕਲ ਦੇ ਲੈਵਲ ਦੇ ਯਾਨੀ ਕਿ ਜਿਹੜੇ ਹੈਗੇ ਆ ਤਿਆਰੀ ਕਰਵਾਈ ਜਾਊਗੀ। 1 ਅਪ੍ਰੈਲ ਤੋਂ ਕਲਾਸਾਂ ਸਟਾਰਟ ਹੈ, ਠੀਕ ਹੈ। ਸਾਰੀ ਕੁਛ ਇਹਦੇ ਬਾਰੇ ਮੈਂ ਜਾਣਕਾਰੀ ਦੇ ਰੱਖੀ ਹੈ। ਜੇਕਰ ਜਾਣਕਾਰੀ ਹੋਰ ਇਹਦੇ ਬਾਰੇ ਲੈਣੀ ਹੈ ਤਾਂ ਬਰਥਡੇ ਵੀਕ ਸਰਪ੍ਰਾਈਜ਼ ਪਾ ਕੇ ਰੇਸ ਅਕੈਡਮੀ ਪਿੱਛੇ ਲਿਖ ਦਿਓ, ਵੀਡੀਓ ਸਾਹਮਣੇ ਆ ਜੂਗੀ, ਨਹੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ, ਉੱਥੇ ਜਾ ਸਕਦੇ ਹੋ। ਤੇ ਐਪਲੀਕੇਸ਼ਨ ਕਰ ਲਓ ਇੰਸਟਾਲ ਓਪਨ, ਯਾਨੀ ਰੇਸ ਅਕੈਡਮੀ ਅਫੀਸ਼ੀਅਲ ਐਂਡਰੋਇਡ ਦੇ ਵਿੱਚ। ਜੇਕਰ ਤੁਸੀਂ ਅਮੀਰ ਹੋ ਯਾਨੀ ਤੁਹਾਡੇ ਕੋਲ ਆਈਫੋਨ ਵਗੈਰਾ ਹੈਗਾ, ਤਾਂ ਤੁਸੀਂ ਕੀ ਕਰ ਸਕਦੇ ਹੋ, ਕਲਾਸ ਪਲੱਸ ਇੰਸਟਾਲ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਤੁਹਾਡੇ ਤੋਂ ਆਰਗੇਨਾਈਜੇਸ਼ਨ ਕੋਡ ਮੰਗਿਆ ਜਾਊਗਾ, ਉਹ ਫਿਲ ਕਰ ਦਿਓ MHWIH। ਜਦੋਂ ਇਹ ਕਰਤਾ ਤਾਂ ਉਸ ਤੋਂ ਬਾਅਦ ਓਬਵੀਅਸ ਗੱਲ ਹੈ ਐਪਲੀਕੇਸ਼ਨ ਇੰਸਟਾਲ ਹੋ ਜਾਣੀ ਆ। ਬਹੁਤ ਸਾਰੇ ਕੋਰਸ ਆ, 30 ਮਾਰਚ ਅੱਜ ਹੋ ਗਈ, 30 ਤੇ 31 ਬਸ, ਉਸ ਤੋਂ ਬਾਅਦ ਡਿਸਕਾਊਂਟ ਜੇ ਸਾਰੇ ਉੱਡ ਜਾਣੇ, ਫਿਰ ਤੁਸੀਂ ਭਾਈ ਮਹਿੰਗੇ ਕੋਰਸ ਲੈ ਲਿਓ, ਠੀਕ ਹੈ। ਸੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਆਪਾਂ ਹੋਰ ਨਵੀਂ ਵੀਡੀਓ ਨਾਲ ਮਿਲਦੇ ਰਹਾਂਗੇ। ਮੋਟੀਵੇਸ਼ਨ ਹਮੇਸ਼ਾ ਆਪਣੀ ਜੇਬ 'ਚ ਰੱਖੋ। ਐਂ ਨਹੀਂ ਹੈਗਾ ਵੀ ਇੱਕ ਖਾਨੇ ਚੋਂ ਪਾਈ ਤੇ ਦੂਸਰੇ ਤੋਂ ਕੱਢਤੀ।
ਮੋਟੀਵੇਟ ਬੰਦਾ ਆਪਣੇ ਆਪ ਤੋਂ ਹੁੰਦਾ ਜਾਂ ਆਪਣੇ ਆਪ ਪੜ੍ਹ ਕੇ ਹੁੰਦਾ। ਹੋ ਸਕਦਾ ਇੱਕ ਵੀਡੀਓ ਨੂੰ ਦੇਖ ਕੇ ਤੁਸੀਂ ਮੋਟੀਵੇਟ ਹੋ ਗਏ ਹੋ, ਪਰ ਖੁਸ਼ੀ ਦੀ ਗੱਲ ਸਿਰਫ ਉਦੋਂ ਹੀ ਹੋਊਗੀ ਜਦੋਂ ਤੁਸੀਂ ਫੋਨ ਕਰਕੇ ਕਹੋ ਕਿ ਸਰ ਜੀ ਸਿਲੈਕਸ਼ਨ ਹੋ ਗਈ। ਸੋ PSPCL ਪ੍ਰੀਲਿਮਸ ਭਾਵੇਂ ਹੋ ਗਿਆ, ਬਹੁਤ ਵਧੀਆ ਗੱਲ ਹੈ, PSPCL ਮੇਨਸ ਹੋਣਾ ਚਾਹੀਦਾ ਹੈ। ਐਂਡ ਸਟ੍ਰੈਟਜੀ ਕੀ ਹੋਣੀ ਚਾਹੀਦੀ? ਸਿਰਫ ਮੌਕ ਟੈਸਟ 22 ਅਪ੍ਰੈਲ ਨੂੰ ਜੇਕਰ ਪੇਪਰ ਆ ਤਾਂ ਐਂ ਮੰਨ ਲਓ ਵੀ 1 ਅਪ੍ਰੈਲ ਤੋਂ ਲੈ ਕੇ 22 ਅਪ੍ਰੈਲ ਤੱਕ ਤੁਹਾਡੇ ਇੱਕ ਦਿਨ ਦੇ ਵਿੱਚ ਜੇਕਰ 2 ਪੇਪਰ ਦਿੰਦੇ ਹੋ ਤਾਂ 44 ਪੇਪਰ ਹੋ ਜਾਣੇ ਚਾਹੀਦੇ, ਯਾਨੀ 40+ ਪੇਪਰ ਜੇਕਰ ਤੁਸੀਂ ਦੇ ਲੇ, ਸਿਲੈਕਸ਼ਨ ਤੁਹਾਡੀ ਭੱਜ ਕੇ ਹੋਗੀ। ਠੀਕ ਹੈ, ਸੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ, ਬਾਬਾ ਨਾਨਕ ਮਿਹਰ ਕਰੇ। ਆਪਾਂ ਹੋਰ ਨਵੀਂ ਵੀਡੀਓ ਨਾਲ ਮਿਲਦੇ ਰਹਾਂਗੇ ਇਸੇ ਤਰੀਕੇ ਦੇ ਨਾਲ। ਥੈਂਕ ਯੂ ਸੋ ਮਚ।